ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਬੁਲੇਟਿਨ ਦੇ ਵਿੱਚ ਸਵਾਗਤ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਕਮਲਾ ਹੈਰਿਸ ਨੇ 2024 ਦੀ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਿਲ ਹੋਣ ਤੋਂ ਬਾਅਦ $1 ਬਿਲੀਅਨ ਇਕੱਠੇ ਕੀਤੇ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਫਰੀਜ਼ਨੋ ਵਿੱਚ ਇੱਕ ਭਾਰਤੀ ਰੈਸਟੋਰੈਂਟ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਪੰਜਾਬੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 34,000 ਫੁੱਟ ਦੀ ਉਚਾਈ ਤੇ ਪਾਇਲਟ ਦੀ ਮੌਤ, ਕਰਵਾਈ ਗਈ ਐਮਰਜੈਂਸੀ ਲੈਂਡਿੰਗ। ਟਰੰਪ ਨੇ ਅਕਤੂਬਰ ਦੇ ਅਖੀਰ ਵਿੱਚ ਹੈਰਿਸ ਨਾਲ ਬਹਿਸ ਕਰਨ ਲਈ ਫੌਕਸ ਨਿਊਜ਼ ਦੇ ਸੱਦੇ ਨੂੰ ਰੱਦ ਕਰ ਦਿੱਤਾ। ਤੂਫਾਨ ਮਿਲਟਨ ਨੇ ਫਲੋਰੀਡਾ ਨੂੰ ਝਟਕਾ ਦਿੱਤਾ। ਭਾਰਤੀ ਅਮਰੀਕੀਆਂ ਨੇ ਉੱਗੇ ਉਦਯੋਗਪਤੀ ਰਤਨ ਟਾਟਾ ਦੀ ਮੌਤ ਤੇ ਪ੍ਰਗਟਾਇਆ ਸੋਗ। ਹੁਣ ਖਬਰਾਂ ਵਿਸਥਾਰ ਦੇ ਵਿੱਚ। ਕਮਲਾ ਹੈਰਿਸ ਨੇ 2024 ਦੀ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਿਲ ਹੋਣ ਤੋਂ ਬਾਅਦ $1 ਬਿਲੀਅਨ ਇਕੱਠੇ ਕੀਤੇ ਨੇ। ਕਿਸੇ ਵੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਦੌੜ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇੰਨੀ ਤੇਜ਼ੀ ਨਾਲ ਪੈਸਾ ਇਕੱਠਾ ਨਹੀਂ ਕੀਤਾ। ਮੁਹਿੰਮ ਨੇ ਡੈਮੋਕ੍ਰੈਟਸ ਨੂੰ ਸੰਤੁਸ਼ਟ ਹੋਣ ਤੋਂ ਬਚਾਉਣ ਲਈ ਆਪਣੇ ਫੰਡ ਇਕੱਠਾ ਕਰਨ ਦੇ ਟੋਟਲ ਨੂੰ ਰੋਕ ਦਿੱਤਾ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਵਜੋਂ 3 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ $1 ਬਿਲੀਅਨ ਇਕੱਠੇ ਕੀਤੇ ਨੇ। ਉਸ ਦੇ ਫੰਡ ਇਕੱਠਾ ਕਰਨ ਦੀ ਜਾਣਕਾਰੀ ਵਾਲੇ 3 ਲੋਕਾਂ ਦੇ ਅਨੁਸਾਰ ਇੱਕ ਕਮਾਲ ਦੀ ਰਕਮ, ਜਿਸ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਜੇ ਟਰੰਪ ਦੇ ਵਿਰੁੱਧ ਦੌੜ ਨੂੰ ਦੁਬਾਰਾ ਬਣਾਇਆ ਹੈ। $1 ਬਿਲੀਅਨ ਦੀ ਢੋਆ-ਢੁਆਈ, ਜਿਸ ਵਿੱਚ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਸਮੇਤ ਉਸ ਦੀ ਮੁਹਿੰਮ ਅਤੇ ਸੰਬੰਧਿਤ ਪਾਰਟੀ ਕਮੇਟੀਆਂ ਲਈ ਇਕੱਠੀ ਕੀਤੀ ਗਈ ਰਕਮ ਸ਼ਾਮਿਲ ਹੈ, ਉਸ ਨੂੰ ਟੈਲੀਵਿਜ਼ਨ ਅਤੇ ਡਿਜੀਟਲ ਇਸ਼ਤਿਹਾਰਬਾਜ਼ੀ ਦੀ ਇੱਕ ਲਹਿਰ ਅਤੇ 7 ਲੜਾਈ ਦੇ ਮੈਦਾਨਾਂ, ਰਾਜਾਂ ਅਤੇ ਇਸ ਤੋਂ ਬਾਹਰ ਦੇ ਦਫ਼ਤਰਾਂ ਅਤੇ ਸਟਾਫ ਦੇ ਵਿਸਤ੍ਰਿਤ ਸੰਚਾਲਨ ਤੇ ਖਰਚ ਕੀਤਾ ਜਾ ਰਿਹਾ ਹੈ। ਇਤਿਹਾਸਿਕ ਰਕਮ ਵਿੱਚ ਸਹਿਯੋਗੀ ਸੁਪਰ PACs ਨੂੰ ਦਾਨ ਕੀਤਾ ਪੈਸਾ ਸ਼ਾਮਿਲ ਨਹੀਂ ਹੈ। ਹੈਰਿਸ ਮੁਹਿੰਮ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਮੁਹਿੰਮ ਨੇ ਅਜੇ ਇਹ ਐਲਾਨ ਕਰਨਾ ਹੈ ਕਿ ਸਤੰਬਰ ਵਿੱਚ ਇਸ ਨੇ ਕਿੰਨਾ ਵਾਅਦਾ ਕੀਤਾ। ਅੰਸ਼ਕ ਤੌਰ ਤੇ ਚਿੰਤਾ ਦੇ ਬਾਹਰ ਕਿ ਦਾਨ ਦੇ ਵਾਅਦੇ ਬਾਰੇ ਸ਼ੇਖੀ ਮਾਰਨ ਨਾਲ ਦੌੜ ਦੇ ਅੰਤਮ ਹਫ਼ਤਿਆਂ ਵਿੱਚ ਦਾਨੀਆਂ ਦੀ ਦਿਲਚਸਪੀ ਘਟ ਸਕਦੀ ਹੈ। ਲੋਕਾਂ ਨੇ ਰਣਨੀਤੀ ਬਾਰੇ ਦੱਸਿਆ। ਹੈਰਿਸ ਮੁਹਿੰਮ ਅਰਬਪਤੀਆਂ ਦੁਆਰਾ ਫੰਡ ਪ੍ਰਾਪਤ ਰਿਪਬਲਿਕਨ ਸੁਪਰ PACs ਦੀ ਦੌੜ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਬਾਰੇ ਵੀ ਚਿੰਤਿਤ ਹੈ। ਸਤੰਬਰ ਲਈ ਫੰਡ ਇਕੱਠਾ ਕਰਨ ਦੇ ਕੁੱਲ ਦਾ ਵੇਰਵਾ ਦੇਣ ਵਾਲੀਆਂ ਫੈਡਰਲ ਰਿਪੋਰਟਾਂ ਨੂੰ ਇਸ ਮਹੀਨੇ ਦੇ ਅੰਤ ਵਿੱਚ ਜਨਤਕ ਕਰਨ ਦੀ ਲੋੜ ਹੈ। 4 ਸਾਲ ਪਹਿਲਾਂ ਜੋਸਫ ਆਰ ਬਾਈਡਨ ਅਤੇ ਮਿਸਟਰ ਟਰੰਪ ਸਮੇਤ ਪਿਛਲੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਨੇ ਆਪਣੀਆਂ ਪਾਰਟੀਆਂ ਨਾਲ ਮਿਲ ਕੇ $1 ਬਿਲੀਅਨ ਤੋਂ ਵੱਧ ਇਕੱਠਾ ਕੀਤਾ। ਟਰੰਪ ਨੇ ਘੋਸ਼ਣਾ ਕੀਤੀ ਕਿ ਉਸ ਨੇ ਜੁਲਾਈ 2020 ਵਿੱਚ ਉਸ ਅੰਕ ਨੂੰ ਪਾਰ ਕਰ ਲਿਆ ਸੀ ਜਦੋਂ ਉਹ ਕਈ ਸਾਲਾਂ ਤੋਂ ਆਪਣੀ ਮੁੜ ਚੋਣ ਲਈ ਫੰਡ ਇਕੱਠਾ ਕਰ ਰਿਹਾ ਸੀ। ਇਹ ਪੂਰੀ ਗਤੀ ਹੈ ਜਿਸ ਨਾਲ ਸ਼੍ਰੀਮਤੀ ਹੈਰਿਸ $1 ਬਿਲੀਅਨ ਥ੍ਰੈਸ਼ਹੋਲਡ ਤੱਕ ਪਹੁੰਚ ਗਈ ਹੈ। ਇਹ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਦੌੜ ਵਿੱਚ ਦਾਖਲ ਹੋਣ ਤੋਂ ਬਾਅਦ ਇੰਨੀ ਤੇਜ਼ੀ ਨਾਲ ਵਾਧਾ ਨਹੀਂ ਕੀਤਾ। ਬੇਸ਼ੱਕ ਆਧੁਨਿਕ ਰਾਜਨੀਤਿਕ ਇਤਿਹਾਸ ਵਿੱਚ ਕਿਸੇ ਨੇ ਵੀ ਆਮ ਚੋਣਾਂ ਦੇ ਮੱਧ ਵਿੱਚ ਪਾਰਟੀ ਦੇ ਸੰਭਾਵੀ ਉਮੀਦਵਾਰ ਦੀ ਥਾਂ ਨਹੀਂ ਲਈ। ਸ਼੍ਰੀਮਤੀ ਹੈਰਿਸ ਨੇ ਜੁਲਾਈ ਅਤੇ ਅਗਸਤ ਦੋਵਾਂ ਵਿੱਚ ਟਰੰਪ ਦੀ ਨਕਦੀ ਨੂੰ ਦੁੱਗਣਾ ਕਰ ਦਿੱਤਾ। ਉਸ ਨੇ ਅਗਸਤ ਵਿੱਚ ਉਸ ਦੇ $130 ਮਿਲੀਅਨ ਦੇ ਮੁਕਾਬਲੇ $361 ਮਿਲੀਅਨ ਇਕੱਠੇ ਕੀਤੇ ਅਤੇ ਉਸ ਦੀ ਮੁਹਿੰਮ ਅਤੇ ਸਾਬਕਾ ਬਾਈਡਨ ਮੁਹਿੰਮ ਨੇ ਜੁਲਾਈ ਵਿੱਚ ਮਿਸਟਰ ਟਰੰਪ ਲਈ $139 ਮਿਲੀਅਨ ਦੇ ਮੁਕਾਬਲੇ $310 ਮਿਲੀਅਨ ਇਕੱਠੇ ਕੀਤੇ। ਉਸ ਤੋਂ $160 ਮਿਲੀਅਨ ਆਸਾਨੀ ਨਾਲ ਦੁੱਗਣੇ ਹੋਣ ਦੀ ਉਮੀਦ ਹੈ ਜੋ ਕਿ ਮਿਸਟਰ ਟਰੰਪ ਨੇ ਸਤੰਬਰ ਵਿੱਚ ਇਕੱਠਾ ਕੀਤੇ ਸੀ। ਉਸ ਨੇ ਪਿਛਲੇ ਮਹੀਨੇ ਦੇ ਅਖੀਰ ਵਿੱਚ ਸਿਰਫ 3 ਇਵੈਂਟਾਂ ਵਿੱਚ $72 ਮਿਲੀਅਨ ਇਕੱਠੇ ਕੀਤੇ। ਨਿਊਯਾਰਕ ਵਿੱਚ ਇੱਕ ਇਵੈਂਟ ਵਿੱਚ $27 ਮਿਲੀਅਨ ਅਤੇ ਫਿਰ ਕੈਲੀਫੋਰਨੀਆ ਦੇ 2 ਸਮਾਗਮਾਂ ਵਿੱਚ $55 ਮਿਲੀਅਨ। ਬੀਤੇ ਦਿਨ ਕੈਲੀਫੋਰਨੀਆ ਰਾਜ ਦੇ ਸ਼ਹਿਰ ਫਰੀਜ਼ਨੋ ਦੇ ਇੱਕ ਭਾਰਤੀ ਰੈਸਟੋਰੈਂਟ ਦੇ ਬਾਹਰ ਹੋਏ ਟਕਰਾਅ ਦੇ ਕਾਰਨ ਇੱਕ ਪੰਜਾਬੀ ਨੌਜਵਾਨ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਨੌਜਵਾਨ ਵਿਅਕਤੀ ਦੀ ਪਛਾਣ ਲਵਪ੍ਰੀਤ ਸਿੰਘ ਉਮਰ 28 ਸਾਲ ਦੇ ਵਜੋਂ ਹੋਈ ਹੈ, ਜੋ ਹੁਣੇ ਫਰੀਜ਼ਨੋ ਪੁਲਿਸ ਦੀ ਹਿਰਾਸਤ ਵਿੱਚ ਹੈ।
ਫਰੀਜ਼ਨੋ ਪੁਲਿਸ ਵਿਭਾਗ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਲੰਘੇ ਮੰਗਲਵਾਰ ਦੀ ਰਾਤ ਨੂੰ ਫਰੀਜ਼ਨੋ ਵਿੱਚ ਭਾਰਤੀ ਰੈਸਟੋਰੈਂਟ ਕਰੀ ਹਾਊਸ ਅਤੇ ਬਾਰ ਦੇ ਬਾਹਰ ਹੋਏ ਦੋਵਾਂ ਦੇ ਟਕਰਾਅ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜੇ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਹ ਮੰਦਭਾਗੀ ਘਟਨਾ ਰਾਤ ਦੇ 8 ਵਜੇ ਦੇ ਕਰੀਬ ਵਾਪਰੀ। ਦੋਸ਼ੀ ਲਵਪ੍ਰੀਤ ਸਿੰਘ ਉਮਰ 28 ਸਾਲ ਨੇ 911 ਤੇ ਪੁਲਿਸ ਨੂੰ ਕਾਲ ਕੀਤੀ ਅਤੇ ਕਿਹਾ ਕਿ ਉਹ ਅਸ਼ਲਾਨ ਅਤੇ ਵੈਸਟ ਐਵੇਨਿਊ ਦੇ ਨੇੜੇ ਭਾਰਤੀ ਰੈਸਟੋਰੈਂਟ ਵਿੱਚ ਲੜਾਈ ਵਿੱਚ ਸ਼ਾਮਿਲ ਸੀ ਅਤੇ ਉਸ ਨੇ ਆਪਣੇ ਰਿਵਾਲਵਰ ਦੇ ਨਾਲ ਗੋਲੀ ਚਲਾਈ ਅਤੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਪੁਲਿਸ ਮੌਕੇ ਤੇ ਪੁੱਜੀ ਤਾਂ ਕਾਤਲ ਨੇ ਪੁਲਿਸ ਦੇ ਆਉਣ ਤੇ ਉਸ ਨੇ ਆਤਮ ਸਮਰਪਣ ਕਰ ਦਿੱਤਾ। ਅਧਿਕਾਰੀਆਂ ਨੇ ਲਵਪ੍ਰੀਤ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇੱਕ ਅਰਧ ਆਟੋਮੈਟਿਕ ਹਥਿਆਰ ਵੀ ਜੋ ਕਤਲ ਵਿੱਚ ਵਰਤਿਆ ਗਿਆ ਸੀ ਬਰਾਮਦ ਕਰ ਲਿਆ। ਰੈਸਟੋਰੈਂਟ ਦੀ ਪਾਰਕਿੰਗ ਵਿੱਚ ਮਾਰੇ ਗਏ ਹਰਮਨਪ੍ਰੀਤ ਸਿੰਘ ਉਮਰ 29 ਸਾਲ ਨੂੰ ਉਸ ਦੇ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਗੋਲੀ ਮਾਰੀ ਗਈ, ਜਿਸ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਮੌਕੇ ਦੇ ਗਵਾਹਾਂ ਨੇ ਪੁਲਿਸ ਨੂੰ ਕਿਹਾ ਕਿ ਦੋਵੇਂ ਵਿਅਕਤੀ ਮੈਡੋਸਟੋ ਕੈਲੀਫੋਰਨੀਆ ਸੂਬੇ ਦੇ ਰਹਿਣ ਵਾਲੇ ਹਨ। ਰੈਸਟੋਰੈਂਟ ਵਿੱਚ ਇਹ ਇਕੱਠੇ ਇੱਕ ਪਾਰਟੀ ਸਮਾਰੋਹ ਵਿੱਚ ਜਸ਼ਨ ਵਿੱਚ ਸ਼ਾਮਿਲ ਹੋਏ ਸਨ। ਕਿਸੇ ਗੱਲੋਂ ਸਥਿਤੀ ਉਦੋਂ ਵੱਧ ਗਈ ਜਦੋਂ ਲਵਪ੍ਰੀਤ ਸਿੰਘ ਨੇ ਕਥਿਤ ਤੌਰ ਤੇ ਰਿਵਾਲਵਰ ਕੱਢ ਲਿਆ ਅਤੇ ਹਰਮਨਪ੍ਰੀਤ ਸਿੰਘ ਨੂੰ ਗੋਲੀ ਮਾਰ ਦਿੱਤੀ। ਪੁਲਿਸ ਅਧਿਕਾਰੀਆਂ ਮੁਤਾਬਕ ਲਵਪ੍ਰੀਤ ਸਿੰਘ ਨੂੰ ਫਰੀਜ਼ਨੋ ਕਾਉਂਟੀ ਦੀ ਜੇਲ੍ਹ ਵਿੱਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਂਚਕਰਤਾ ਅਜੇ ਵੀ ਇਸ ਉਦੇਸ਼ ਦੀ ਜਾਂਚ ਕਰ ਰਹੇ ਨੇ ਕਿ ਉਸ ਨੂੰ ਗੋਲੀ ਕਿਉਂ ਮਾਰੀ ਗਈ। ਪੁਲਿਸ ਨੇ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ ਫਰੀਜ਼ਨੋ ਪੁਲਿਸ ਵਿਭਾਗ ਤੱਕ ਪਹੁੰਚਣ ਲਈ ਜਾਂ ਵੈਲੀ ਕ੍ਰਾਈਮ ਸਟਾਪਰਸ 559 498 ਸਟਾਪ 7867 ਤੇ ਸੰਪਰਕ ਕਰਕੇ ਗੁਪਤ ਜਾਣਕਾਰੀ ਦੇਣ ਲਈ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰਨ ਲਈ ਕਿਹਾ ਹੈ। ਅਮਰੀਕਾ ਦੇ ਸਿਆਟਲ ਤੋਂ ਤੁਰਕੀ ਦੇ ਇਸਤਾਂਬੁਲ ਜਾ ਰਹੀ ਇੱਕ ਫਲਾਈਟ ਦੇ ਪਾਇਲਟ ਦੀ ਹਵਾ ਵਿੱਚ ਹੀ ਮੌਤ ਹੋ ਗਈ। ਪਾਇਲਟ ਦੀ ਮੌਤ ਦੇ ਸਮੇਂ ਜਹਾਜ਼ 34,000 ਫੁੱਟ ਦੀ ਉਚਾਈ ਤੇ ਸੀ। ਇਹ ਜਹਾਜ਼ ਤੁਰਕੀ 에ਅਰਲਾਈਨਸ ਦਾ ਸੀ। ਪਾਇਲਟ ਦੀ ਮੌਤ ਨੇ ਤੁਰਕੀ ਦੀ ਰਾਸ਼ਟਰੀ 에ਅਰਲਾਈਨ ਨੂੰ ਨਿਊਯਾਰਕ ਵਿੱਚ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਕੀਤਾ। ਤੁਰਕੀ 에ਅਰਲਾਈਨਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 에ਅਰਲਾਈਨ ਦੇ ਬੁਲਾਰੇ ਯਾਹਿਆ ਉਸ਼ਤੂਨ ਨੇ ਟਵਿੱਟਰ ਤੇ ਲਿਖਿਆ ਕਿ ਜਹਾਜ਼ ਨੇ ਪੱਛਮੀ ਅਮਰੀਕਾ ਦੇ ਤੱਟਵਰਤੀ ਸ਼ਹਿਰ ਸੀਏਟਲ ਤੋਂ ਉਡਾਨ ਭਰੀ। ਉਸ ਨੇ ਲਿਖਿਆ, ਸਾਡੀ 에ਅਰਬਸ 350 ਫਲਾਈਟ TK 204 ਦਾ ਇੱਕ ਪਾਇਲਟ ਸੀਏਟਲ ਤੋਂ ਇਸਤਾਂਬੁਲ ਲਈ ਉਡਾਨ ਦੌਰਾਨ ਬੇਹੋਸ਼ ਹੋ ਗਿਆ। ਉਸ ਨੇ ਅੱਗੇ ਕਿਹਾ, ਫਸਟ ਏਡ ਪ੍ਰਦਾਨ ਕਰਨ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਦੂਜੇ ਪਾਇਲਟ ਅਤੇ ਸਹਿ ਪਾਇਲਟ ਦੇ ਜਹਾਜ਼ ਦੇ ਅਮਲੇ ਨੇ ਐਮਰਜੈਂਸੀ ਲੈਂਡਿੰਗ ਕਰਨ ਦਾ ਫੈਸਲਾ ਕੀਤਾ, ਪਰ ਲੈਂਡਿੰਗ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਉਸਤੂਨ ਨੇ ਲਿਖਿਆ, ਮ੍ਰਿਤਕ ਪਾਇਲਟ ਦੀ ਉਮਰ 59 ਸਾਲ ਸੀ। ਉਹ 2007 ਤੋਂ ਤੁਰਕੀ 에ਅਰਲਾਈਨਸ ਲਈ ਕੰਮ ਕਰ ਰਿਹਾ ਸੀ। ਉਸ ਨੇ ਮਾਰਚ ਵਿੱਚ ਇੱਕ ਡਾਕਟਰੀ ਜਾਂਚ ਪਾਸ ਕੀਤੀ, ਜਿਸ ਵਿੱਚ ਕਿਸੇ ਵੀ ਸਿਹਤ ਸਮੱਸਿਆ ਦੇ ਕੋਈ ਸੰਕੇਤ ਨਹੀਂ ਮਿਲੇ। ਇਸ ਪੂਰੀ ਘਟਨਾ ਵਿੱਚ ਫਲਾਈਟ ਵਿੱਚ ਮੌਜੂਦ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ ਦੂਜੇ ਪਾਇਲਟ ਦੀ ਮਦਦ ਨਾਲ ਇਸਤਾਂਬੁਲ, ਤੁਰਕੀ ਲਈ ਉਡਾਇਆ ਗਿਆ। ਇਸ ਦੌਰਾਨ ਪਾਇਲਟ ਨੂੰ ਨਿਊਯਾਰਕ 에ਅਰਪੋਰਟ ਤੇ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਰਿਪਬਲਿਕਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਡੈਮੋਕ੍ਰੈਟਿਕ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਬਹਿਸ ਨਹੀਂ ਕਰਨਗੇ। ਫੋਕਸ ਨਿਊਜ਼ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਦੋ ਦਾਅਵੇਦਾਰਾਂ ਨੂੰ 24 ਅਕਤੂਬਰ ਜਾਂ 27 ਅਕਤੂਬਰ ਨੂੰ ਸੰਭਾਵਿਤ ਦੂਜੀ ਬਹਿਸ ਲਈ ਹਿੱਸਾ ਲੈਣ ਲਈ ਸੱਦਾ ਦੇਣ ਤੋਂ ਕੁਝ ਘੰਟੇ ਬਾਅਦ ਟਰੰਪ ਅਤੇ ਹੈਰਿਸ ਨੇ ਇੱਕ ਦੂਜੇ ਨਾਲ ਬਹਿਸ ਕੀਤੀ। ਪਹਿਲੀ ਵਾਰ 10 ਸਤੰਬਰ ਨੂੰ ਟਰੰਪ ਨੇ ਕਿਹਾ ਕਿ 5 ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਕੋਈ ਹੋਰ ਬਹਿਸ ਨਹੀਂ ਹੋਵੇਗੀ। ਉਸ ਨੇ 23 ਅਕਤੂਬਰ ਦੀ ਬਹਿਸ ਲਈ CNN ਦੇ ਪਿਛਲੇ ਸੱਦੇ ਨੂੰ ਠੁਕਰਾ ਦਿੱਤਾ। ਹੈਰਿਸ ਦੁਆਰਾ ਸਵੀਕਾਰ ਕੀਤਾ ਗਿਆ। ਆਪਣੇ ਬਿਆਨ ਵਿੱਚ ਫੋਕਸ ਨੇ ਕਿਹਾ ਕਿ ਇੱਕ ਦੂਜੀ ਬਹਿਸ ਹਰੇਕ ਉਮੀਦਵਾਰ ਲਈ ਆਪਣੀ ਸਮਾਪਤੀ ਦਲੀਲਾਂ ਦੇਣ ਦਾ ਇੱਕ ਮੌਕਾ ਪੇਸ਼ ਕਰੇਗੀ। ਪਿਛਲੇ ਹਫ਼ਤੇ ਹੈਰਿਸ ਦੇ ਚੱਲ ਰਹੇ ਸਾਥੀ ਅਤੇ ਮਿਨਸੈਟੋ ਦੇ ਗਵਰਨਰ ਟਿਮ ਵਾਲਜ਼ ਨੇ ਟਰੰਪ ਦੇ ਚੱਲ ਰਹੇ ਸਾਥੀ ਅਤੇ US ਸੈਨੇਟਰ JD ਵੈਂਸ ਨਾਲ ਬਹਿਸ ਕੀਤੀ। ਟਰੰਪ ਨੇ ਆਪਣੇ ਟਰੁਥ ਸੋਸ਼ਲ ਪਲੇਟਫਾਰਮ ਤੇ ਕਿਹਾ, ਕੋਈ ਦੁਬਾਰਾ ਮੈਚ ਨਹੀਂ ਹੋਵੇਗਾ, ਇਸ ਲਈ ਬਹਿਸ ਕਰਨ ਦੀ ਕੋਈ ਲੋੜ ਨਹੀਂ। ਟਰੰਪ ਨੇ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਹੁਣ ਬਹਿਸ ਹੋਣ ਵਿੱਚ ਬਹੁਤ ਦੇਰ ਹੋ ਚੁੱਕੀ ਹੈ। ਟਰੰਪ ਨੇ ਜੂਨ ਦੇ ਆਖਿਰ ਵਿੱਚ ਇੱਕ ਬਹਿਸ ਵਿੱਚ ਤਤਕਾਲੀ ਡੈਮੋਕ੍ਰੈਟਿਕ ਰਾਸ਼ਟਰਪਤੀ ਉਮੀਦਵਾਰ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਸਾਹਮਣਾ ਕੀਤਾ ਸੀ। ਬਾਈਡਨ ਨੇ ਵਿਨਾਸ਼ਕਾਰੀ ਪ੍ਰਦਰਸ਼ਨ ਤੋਂ 1 ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਹਟ ਗਏ। ਟਰੰਪ ਨੇ ਬਹਿਸ ਤੋਂ ਬਾਅਦ ਬਾਈਡਨ ਦੇ ਵਿਰੁੱਧ ਬੜਤ ਬਣਾਈ ਸੀ, ਪਰ ਬਾਈਡਨ ਦੇ ਝੁਕਣ ਤੋਂ ਬਾਅਦ ਹੈਰਿਸ ਨੇ ਉਮੀਦਵਾਰ ਵਜੋਂ ਅਹੁਦਾ ਸੰਭਾਲ ਲਿਆ ਸੀ ਅਤੇ ਉਸ ਦੀ ਐਂਟਰੀ ਨੇ ਦੌੜ ਨੂੰ ਸਖਤ ਕਰ ਦਿੱਤਾ ਹੈ। ਕੁਝ ਪੋਲਾਂ ਨੇ ਦਿਖਾਇਆ ਕਿ ਉਸ ਕੋਲ ਇੱਕ ਛੋਟੀ ਬੜਤ ਹੈ
ਆਪਣੀ 10 ਸਤੰਬਰ ਦੀ ਬਹਿਸ ਵਿੱਚ ਹੈਰਿਸ ਨੇ ਦਫ਼ਤਰ ਲਈ ਉਸ ਦੀ ਤੰਦਰੁਸਤੀ, ਗਰਭਪਾਤ ਦੀਆਂ ਪਾਬੰਦੀਆਂ ਦੇ ਸਮਰਥਨ ਅਤੇ ਉਸ ਦੀ ਅਣਗਿਣਤ ਕਾਨੂੰਨੀ ਮੁਸ਼ਕਲਾਂ ਤੇ ਹਮਲਿਆਂ ਦੀ ਇੱਕ ਧਾਰਾ ਨਾਲ ਟਰੰਪ ਨੂੰ ਰੱਖਿਆਤਮਕ ਤੇ ਪਾ ਦਿੱਤਾ। ਤੂਫਾਨ ਮਿਲਟਨ ਬੁੱਧਵਾਰ 9 ਅਕਤੂਬਰ ਨੂੰ ਸ਼੍ਰੇਣੀ 3 ਦੇ ਤੂਫਾਨ ਦੇ ਰੂਪ ਵਿੱਚ ਫਲੋਰੀਡਾ ਵਿੱਚ ਟਕਰਾਇਆ, ਜਿਸ ਨੇ 100 ਮੀਲ ਪ੍ਰਤੀ ਘੰਟਾ ਯਾਨੀ 160 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਦੀ ਰਫ਼ਤਾਰ ਵਾਲੀਆਂ ਭਿਆਨਕ ਹਵਾਵਾਂ, ਭਾਰੀ ਮੀਂਹ ਅਤੇ ਰਾਜ ਦੇ ਆਲੇ-ਦੁਆਲੇ ਤੂਫਾਨ ਦੀ ਇੱਕ ਲੜੀ ਪੈਦਾ ਕੀਤੀ। ਟੈਂਪਾ ਸਿੱਧੀ ਟੱਕਰ ਤੋਂ ਬਚ ਗਿਆ। ਨੈਸ਼ਨਲ ਹਰੀਕੇਨ ਸੈਂਟਰ ਨੇ ਕਿਹਾ ਕਿ ਚੱਕਰਵਾਤ ਵਿੱਚ 120 ਮੀਲ ਪ੍ਰਤੀ ਘੰਟਾ ਯਾਨੀ 205 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਨਿਰੰਤਰ ਹਵਾਵਾਂ ਸਨ, ਕਿਉਂਕਿ ਇਹ ਸਿਏਸਟਾ ਕੀ ਦੇ ਨੇੜੇ ਰਾਤ 8:30 ਲੈਂਡਫਾਲ ਹੋਇਆ ਸੀ। ਸਿਏਸਟਾ ਕੀ ਟੈਂਪਾ ਦੇ ਦੱਖਣ ਵਿੱਚ ਲਗਭਗ 112 ਕਿਲੋਮੀਟਰ ਦੱਖਣ ਵਿੱਚ 5,500 ਲੋਕਾਂ ਦੇ ਘਰ ਚਿੱਟੇ ਰੇਤ ਦੇ ਬੀਜਾਂ ਦੀ ਇੱਕ ਖੁਸ਼ਹਾਲ ਪੱਟੀ ਹੈ। ਮਿਲਟਨ ਦੇ ਲੈਂਡਫਾਲ ਕਰਨ ਤੋਂ ਪਹਿਲਾਂ ਬਵੰਡਰ ਪੂਰੇ ਰਾਜ ਵਿੱਚ ਛੂ ਰਹੇ ਸਨ। ਫਲੋਰੀਡਾ ਦੇ ਐਟਲਾਂਟਿਕ ਤੱਟ ਤੇ ਫੋਰਟ ਪੀਅਰਸ ਦੇ ਨੇੜੇ ਸਪੈਨਿਸ਼ ਲੇਕਸ ਕੰਟਰੀ ਕਲੱਬ ਖਾਸ ਤੌਰ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਘਰ ਤਬਾਹ ਹੋ ਗਏ ਅਤੇ ਕੁਝ ਨਿਵਾਸੀ ਮਾਰੇ ਗਏ। ਸੇਂਟ ਲੂਇਸ ਕਾਉਂਟੀ ਸ਼ੈਰਿਫ ਕੀਥ ਪੀਅਰਸਨ ਨੇ WUPBF ਨਿਊਜ਼ ਨੂੰ ਦੱਸਿਆ, ਅਸੀਂ ਕੁਝ ਜਾਨਾਂ ਗੁਆ ਦਿੱਤੀਆਂ ਨੇ, ਹਾਲਾਂਕਿ ਉਹ ਇਹ ਨਹੀਂ ਦੱਸਣਗੇ ਕਿ ਕਿੰਨੇ ਲੋਕ ਮਾਰੇ ਗਏ ਸਨ। ਰਾਜ ਵਿੱਚ ਬੁੱਧਵਾਰ ਰਾਤ ਨੂੰ 1.5 ਮਿਲੀਅਨ ਤੋਂ ਵੱਧ ਘਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾਂ ਸਨ, ਜੋ ਉਪਯੋਗਤਾ ਰਿਪੋਰਟਾਂ ਨੂੰ ਟਰੈਕ ਕਰਦਾ ਹੈ। ਹਾਰਡੀ ਕਾਉਂਟੀ ਦੇ ਨਾਲ ਗੁਆਂਢੀ ਸਰਸੇਟਾ ਅਤੇ ਮਾਂਟੀ ਕਾਉਂਟੀ ਵਿੱਚ ਸਭ ਤੋਂ ਵੱਧ ਆਊਟੇਜ ਸਨ। ਟੈਂਪਾ ਖਾੜੀ ਖੇਤਰ ਨੇ ਇੱਕ ਸਦੀ ਤੋਂ ਵੱਧ ਸਮੇਂ ਵਿੱਚ ਕਿਸੇ ਵੱਡੇ ਤੂਫਾਨ ਦੀ ਸਿੱਧੀ ਮਾਰ ਨਹੀਂ ਲਈ ਹੈ, ਪਰ ਇਹ ਤੂਫਾਨ ਅਜੇ ਵੀ ਫਲੋਰੀਡਾ ਦੇ ਖਾੜੀ ਤੱਟ ਦੇ ਬਹੁਤ ਹਿੱਸੇ ਵਿੱਚ ਇੱਕ ਸੰਭਾਵੀ ਘਾਤਕ ਤੂਫਾਨ ਲਿਆ ਰਿਹਾ ਹੈ। ਫਲੋਰੀਡਾ ਵਿੱਚ ਹਰੀਕੇਨ ਮਿਲਟਨ ਦੇ ਬੰਦ ਹੋਣ ਕਾਰਨ ਖਾਲੀ ਹੋਣ ਦਾ ਸਮਾਂ ਖਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਭੱਜਣ ਜਾਂ ਬਚਾਅ ਦੀਆਂ ਭਿਆਨਕ ਸੰਭਾਵਨਾਵਾਂ ਦਾ ਸਾਹਮਣਾ ਕਰਨ ਲਈ ਸਖਤ ਚੇਤਾਵਨੀਆਂ ਜਾਰੀ ਕੀਤੀਆਂ ਸਨ। ਕੈਥੀ ਪਰਕਿੰਸ ਪਿਨੇਲੋਸ ਕਾਉਂਟੀ ਵਿੱਚ ਐਮਰਜੈਂਸੀ ਪ੍ਰਬੰਧਕ ਨਿਰਦੇਸ਼ਕ ਨੇ ਕਿਹਾ, ਜੋ ਕਿ ਟੈਂਪਾ ਬੇ ਦੇ ਰੂਪ ਵਿੱਚ ਪ੍ਰਾਇਦੀਪ ਤੇ ਬੈਠਦਾ ਹੈ, ਤੁਹਾਨੂੰ ਬਾਹਰ ਨਿਕਲਣ ਦੀ ਲੋੜ ਹੈ ਅਤੇ ਤੁਹਾਨੂੰ ਹੁਣੇ ਬਾਹਰ ਨਿਕਲਣ ਦੀ ਲੋੜ ਹੈ। ਦੇਰ ਦੁਪਹਿਰ ਤੱਕ ਕੁਝ ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਦਾ ਸਮਾਂ ਲੰਘ ਗਿਆ। ਸ਼ਾਮ ਤੱਕ ਕੁਝ ਕਾਉਂਟੀਆਂ ਨੇ ਘੋਸ਼ਣਾ ਕੀਤੀ ਕਿ ਉਹਨਾਂ ਨੇ ਐਮਰਜੈਂਸੀ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਪੋਲਕ ਕਾਉਂਟੀ ਦੇ ਐਮਰਜੈਂਸੀ ਮੈਨੇਜਮੈਂਟ ਡਾਇਰੈਕਟਰ ਪੋਲ ਵੇਮਬਲ ਨੇ ਇੱਕ ਜਨਤਕ ਅਪਡੇਟ ਵਿੱਚ ਕਿਹਾ, ਜਦੋਂ ਤੱਕ ਤੁਹਾਡੇ ਕੋਲ ਅਸਲ ਵਿੱਚ ਇਸ ਸਮੇਂ ਛੱਡਣ ਦਾ ਕੋਈ ਚੰਗਾ ਕਾਰਨ ਨਹੀਂ ਹੈ, ਅਸੀਂ ਤੁਹਾਨੂੰ ਸੁਝਾਅ ਦਿੰਦੇ ਹਾਂ ਕਿ ਤੁਸੀਂ ਬਸ ਰੁਕੇ ਰਹੋ। ਫਲੋਰੀਡਾ ਡਿਵੀਜ਼ਨ ਆਫ ਐਮਰਜੈਂਸੀ ਮੈਨੇਜਮੈਂਟ ਦੇ ਡਾਇਰੈਕਟਰ ਕੇਵਿਨ ਗੁਥਰੀ ਨੇ ਕਿਹਾ ਕਿ ਤੂਫਾਨ ਦੇ ਲੈਂਡਫਾਲ ਹੋਣ ਤੋਂ ਪਹਿਲਾਂ ਲਗਭਗ 125 ਘਰ ਤਬਾਹ ਹੋ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸੀਨੀਅਰ ਨਾਗਰਿਕਾਂ ਲਈ ਕਮਿਊਨਿਟੀ ਵਿੱਚ ਮੋਬਾਈਲ ਘਰ ਸਨ। ਰਤਨ ਟਾਟਾ, ਜਿਨ੍ਹਾਂ ਨੇ ਚੇਅਰਮੈਨ ਦੇ ਤੌਰ ਤੇ 20 ਸਾਲਾਂ ਤੋਂ ਵੱਧ ਸਮੇਂ ਤੋਂ ਸਮੂਹ ਨੂੰ ਚਲਾਇਆ, ਉਹਨਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਉਹਨਾਂ ਦੀ ਸਖਤ ਦੇਖਭਾਲ ਕੀਤੀ ਜਾ ਰਹੀ ਸੀ। ਟਾਟਾ ਗਰੁੱਪ ਨੇ ਇੱਕ ਬਿਆਨ ਵਿੱਚ ਕਿਹਾ, ਇਹ ਘਾਟੇ ਦੀ ਡੂੰਘੀ ਭਾਵਨਾ ਨਾਲ ਹੈ ਕਿ ਅਸੀਂ ਸ਼੍ਰੀ ਰਤਨ ਟਾਟਾ ਨੂੰ ਅਲਵਿਦਾ ਕਹਿ ਰਹੇ ਹਾਂ। ਇੱਕ ਸੱਚਮੁੱਚ ਅਸਾਧਾਰਨ ਨੇਤਾ, ਜਿਨ੍ਹਾਂ ਦੇ ਅਥਾਹ ਯੋਗਦਾਨ ਨੇ ਨਾ ਸਿਰਫ ਟਾਟਾ ਸਮੂਹ ਨੂੰ ਸਗੋਂ ਸਾਡੇ ਰਾਸ਼ਟਰ ਦੇ ਤਾਣੇ ਬਾਣੇ ਨੂੰ ਵੀ ਆਕਾਰ ਦਿੱਤਾ ਹੈ। 1991 ਵਿੱਚ ਰਤਨ ਟਾਟਾ ਨੇ ਸਮੂਹ ਦੀ ਅਗਵਾਈ ਕੀਤੀ, ਜਦੋਂ ਉਹਨਾਂ ਦੇ ਚਾਚਾ JRD ਟਾਟਾ ਨੇ ਅਸਤੀਫਾ ਦੇ ਦਿੱਤਾ ਅਤੇ ਕੰਪਨੀ ਲਈ ਉੱਚ ਵਿਕਾਸ ਦੇ ਯੁੱਗ ਦੀ ਸ਼ੁਰੂਆਤ ਕੀਤੀ। ਰਤਨ ਟਾਟਾ ਨੇ ਭਾਰਤ ਨੂੰ ਦੁਨੀਆ ਦੇ ਸਾਹਮਣੇ ਲਿਆਇਆ, ਟਾਟਾ ਹਾਊਸ ਨੂੰ ਸੰਸਥਾਗਤ ਬਣਾਇਆ ਅਤੇ ਟਾਟਾ ਸਮੂਹ ਨੂੰ 70 ਗੁਣਾ ਤੋਂ ਵੱਧ ਵਧਣ ਵਾਲਾ ਇੱਕ ਅੰਤਰਰਾਸ਼ਟਰੀ ਉੱਦਮ ਬਣਾਇਆ। ਟਾਟਾ ਗਰੁੱਪ ਤੋਂ ਪਿੱਛੋਂ ਹਟਣ ਤੋਂ ਬਾਅਦ ਰਤਨ ਟਾਟਾ ਨੇ ਨਿਵੇਸ਼ਕ ਦੇ ਤੌਰ ਤੇ ਕਈ ਭਾਰਤੀ ਸਟਾਰਟਅਪਸ ਦਾ ਸਮਰਥਨ ਕੀਤਾ, ਜਿਸ ਵਿੱਚ ਡਿਜੀਟਲ ਪੇਮੈਂਟ ਫਰਮ Paytm, ਓਲਾ ਇਲੈਕਟ੍ਰਿਕ, ਅਰਬਨ ਕੰਪਨੀ ਸ਼ਾਮਿਲ ਨੇ। ਉਹਨਾਂ ਨੇ ਬਹੁਤ ਸਾਰੇ ਪੁਰਸਕਾਰਾਂ ਵਿੱਚੋਂ ਰਤਨ ਟਾਟਾ ਨੂੰ ਵਪਾਰ ਅਤੇ ਉਦਯੋਗ ਵਿੱਚ ਬੇਮਿਸਾਲ ਅਤੇ ਵਿਲੱਖਣ ਸੇਵਾ ਲਈ 2008 ਵਿੱਚ ਪਦਮ ਵਿਭੂਸ਼ਣ, ਭਾਰਤ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਦਿੱਤਾ। ਉਦਯੋਗਪਤੀ ਰਤਨ ਟਾਟਾ ਦੀ ਮ੍ਰਿਤਕ ਦੇਹ ਨੂੰ ਅੰਤਮ ਸ਼ਰਧਾਂਜਲੀ ਦੇਣ ਲਈ ਮੁੰਬਈ ਦੇ ਨਾਰੀਮਨ ਪੁਆਇੰਟ ਸਥਿਤ NCPA ਲਾਨ ਵਿੱਚ ਰੱਖਿਆ ਜਾਵੇਗਾ, ਜਿਸ ਉਪਰੰਤ ਮ੍ਰਿਤਕ ਦੇਹ ਨੂੰ ਸ਼ਾਮ 4 ਵਜੇ ਅੰਤਿਮ ਯਾਤਰਾ ਲਈ ਲਿਆਇਆ ਜਾਵੇਗਾ। ਜਾਰੀ ਬਿਆਨ ਅਨੁਸਾਰ ਰਤਨ ਟਾਟਾ ਦਾ ਅੰਤਿਮ ਸੰਸਕਾਰ ਵਰਲੀ ਸ਼ਮਸ਼ਾਨ ਘਾਟ ਵਿਖੇ ਹੋਵੇਗਾ। ਦੇਸ਼ ਦੇ ਉੱਘੇ ਉਦਯੋਗਪਤੀ ਦੇ ਦੇਹਾਂਤ ਤੇ ਵੱਖ-ਵੱਖ ਸਿਆਸੀ ਆਗੂਆਂ ਤੋਂ ਇਲਾਵਾ ਉਦਯੋਗ ਜਗਤ ਅਤੇ ਬਾਲੀਵੁੱਡ ਇੰਡਸਟਰੀ ਵੱਲੋਂ ਵੀ ਦੁੱਖ ਪ੍ਰਗਟ ਕਰਦਿਆਂ ਸੰਦੇਸ਼ ਸਾਂਝੇ ਕੀਤੇ ਜਾ ਰਹੇ ਨੇ।
ਅਮਰੀਕਾ ਦੀਆਂ ਵੱਕਾਰੀ ਯੂਨੀਵਰਸਿਟੀਆਂ ਵਿੱਚ ਭਾਰਤੀ ਅਤੇ ਭਾਰਤੀ ਮੂਲ ਦੇ ਫੈਕਲਟੀ ਮੈਂਬਰ ਹੁਣ ਭਾਰਤੀ ਵਿਦਿਆਰਥੀਆਂ ਤੇ ਖੋਜੀਆਂ ਦਾ ਵਿਲੱਖਣ ਮਾਰਗ ਲੜੀ ਤਹਿਤ ਮਾਰਗਦਰਸ਼ਨ ਕਰਨਗੇ। ਇਸ ਪਹਿਲਕਦਮੀ ਦਾ ਐਲਾਨ ਕੀਤਾ ਗਿਆ। ਅਮਰੀਕਾ ਵਿੱਚ ਭਾਰਤੀ ਸਫਾਰਤਖਾਨੇ ਨੇ ਬਿਆਨ ਵਿੱਚ ਕਿਹਾ ਕਿ ਵਰਚੁਅਲੀ ਮਾਰਗਦਰਸ਼ਕ ਮਾਰਗ ਅਕਾਦਮਿਕ ਸਰਵੋਤਮ ਅਤੇ ਖੋਜ ਮਾਰਗਦਰਸ਼ਨ ਲੜੀ ਸਿੱਖਿਆ ਮੰਤਰਾਲੇ ਅਤੇ ਭਾਰਤ ਦੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਤਾਲਮੇਲ ਨਾਲ ਕੀਤੀ ਗਈ ਪਹਿਲਕਦਮੀ ਹੈ ਅਤੇ ਇਹ ਭਾਰਤੀ ਯੂਨੀਵਰਸਿਟੀਆਂ ਖਾਸ ਕਰ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਵਿਦਿਆਰਥੀਆਂ ਨੂੰ ਸਿਖਰਲੀਆਂ ਅਮਰੀਕੀ ਯੂਨੀਵਰਸਿਟੀਆਂ ਨਾਲ ਜੋੜਨ ਦੀ ਪਹਿਲ ਕਰਦੀ ਹੈ। ਇਸ ਦਾ ਮਕਸਦ ਭਾਰਤੀ ਵਿਦਿਆਰਥੀਆਂ ਤੇ ਖੋਜੀਆਂ ਨੂੰ ਉਹਨਾਂ ਦੇ ਖੋਜ ਦੇ ਖੇਤਰਾਂ ਵਿੱਚ ਨਵੀਨਤਮ ਵਿਕਾਸ ਤੋਂ ਜਾਣੂ ਕਰਵਾਉਣਾ ਅਤੇ ਅਮਰੀਕਾ ਦੇ ਪ੍ਰਸੰਗਿਕ ਮਾਹਿਰਾਂ ਤੋਂ ਗਿਆਨ, ਬਿਹਤਰ ਭਵਿੱਖ ਬਣਾਉਣ ਅਤੇ ਸਲਾਹ, ਹੁਨਰ ਅਤੇ ਖੋਜ ਦੇ ਮੌਕੇ ਮੁਹੱਈਆ ਕਰਵਾਉਣਾ ਹੈ। ਬਿਆਨ ਮੁਤਾਬਿਕ ਸਟੈਨਫੋਰਡ, PDU, ਮੈਰੀ ਯੂਨੀਵਰਸਿਟੀ ਤੇ ਜਾਰਜ ਮੈਨਸਨ ਯੂਨੀਵਰਸਿਟੀ ਤੋਂ ਭਾਰਤੀ ਮੂਲ ਦੇ ਫੈਕਲਟੀ ਮੈਂਬਰ ਇਸ ਲੜੀ ਦੇ ਪਹਿਲੇ ਗੇੜ ਵਿੱਚ ਹਿੱਸਾ ਲੈਣਗੇ। ਅਮਰੀਕਾ ਵਿੱਚ ਭਾਰਤ ਦੀ ਉਪ ਮੁੱਖ ਰਾਜਦੂਤ ਸੁਪ੍ਰਿਆ ਰੰਗਨਾਥਨ ਨੇ ਕਿਹਾ ਕਿ ਇਹ ਪ੍ਰਣਾਲੀ ਭਾਰਤ ਅਤੇ ਅਮਰੀਕਾ ਵਿਚਾਲੇ ਸਿੱਖਿਆ, ਖੋਜ, ਤਕਨੀਕ ਭਾਈਵਾਲੀ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਈ ਹੋਵੇਗੀ। ਕਿੰਗਸਟਨ ਪੁਲਿਸ ਨੇ ਓਨਟਾਰੀਓ ਵਿੱਚ ਹਾਲ ਹੀ ਵਿੱਚ ਹੋਈ ਡਰੱਗ ਤਸਕਰੀ ਦੀ ਜਾਂਚ ਵਿੱਚ ਸ਼ਹਿਰ ਦੇ ਇਤਿਹਾਸ ਵਿੱਚ ਫੈਂਟੇਨਾਈਲ ਦੀ ਸਭ ਤੋਂ ਵੱਡੀ ਖੇਪ ਜ਼ਬਤ ਕੀਤੀ ਹੈ ਅਤੇ 1 ਮਹੀਨੇ ਦੀ ਲੰਬੀ ਜਾਂਚ ਤੋਂ ਬਾਅਦ ਇੱਕ ਔਰਤ ਸਣੇ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਕਿੰਗਸਟਨ ਪੁਲਿਸ ਦਾ ਕਹਿਣਾ ਹੈ ਕਿ 3 ਅਕਤੂਬਰ ਨੂੰ ਅਧਿਕਾਰੀਆਂ ਨੇ ਕੁਈਨ ਮੈਰੀ ਰੋਡ ਅਤੇ ਬਾਥ ਰੋਡ ਇਲਾਕੇ ਵਿੱਚ ਸਥਿਤ 2 ਅਪਾਰਟਮੈਂਟਾਂ ਦੀ ਤਲਾਸ਼ੀ ਲਈ। ਇਸ ਦੌਰਾਨ ਉਹਨਾਂ ਨੇ ਫੈਂਟੇਨਾਈਲ, ਨਸ਼ੀਲੀ ਦਵਾਈਆਂ ਦਾ ਸਮਾਨ, ਵੱਡੀ ਗਿਣਤੀ ਵਿੱਚ ਨਕਦੀ ਬਰਾਮਦ ਕਰਦੇ ਹੋਏ ਕਿੰਗਸਟਨ ਦੇ ਰਹਿਣ ਵਾਲੇ 2 ਵਿਅਕਤੀਆਂ ਉਮਰ 62 ਅਤੇ 50 ਸਾਲ ਅਤੇ ਇੱਕ ਔਰਤ ਉਮਰ 52 ਸਾਲ ਨੂੰ ਗ੍ਰਿਫਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਫੈਂਟੇਨਾਈਲ ਦੀ ਕੀਮਤ $1,98,000 ਹੈ। ਯੂਕਰੇਨ ਦੀ ਫੌਜ ਨੇ ਬੁੱਧਵਾਰ ਨੂੰ ਕਿਹਾ ਕਿ ਯੂਕਰੇਨ ਦੇ ਇੱਕ ਡਰੋਨ ਨੇ ਰੂਸ ਦੇ ਇੱਕ ਮਹੱਤਵਪੂਰਨ ਹਥਿਆਰਾਂ ਦੇ ਡਿਪੂ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਇੱਕ ਹੋਰ ਡਰੋਨ ਵੱਲੋਂ ਇੱਕ ਪ੍ਰਮੁੱਖ ਰੂਸੀ ਹਥਿਆਰਾਂ ਦੇ ਡਿਪੂ ਨੂੰ ਉਡਾਉਣ ਦੇ 3 ਮਹੀਨਿਆਂ ਬਾਅਦ ਹੋਇਆ, ਜਦੋਂ ਕਿ 3 ਦਿਨ ਪਹਿਲਾਂ ਹੀ ਇੱਕ ਡਰੋਨ ਨੇ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵਿੱਚ ਇੱਕ ਪ੍ਰਮੁੱਖ ਤੇਲ ਟਰਮੀਨਲ ਨੂੰ ਨਿਸ਼ਾਨਾ ਬਣਾਇਆ ਸੀ। ਯੂਕਰੇਨ ਦੇ ਜਨਰਲ ਸਟਾਫ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਮੰਗਲਵਾਰ ਰਾਤ ਨੂੰ ਕੀਤੇ ਗਏ ਹਮਲੇ ਵਿੱਚ ਰੂਸ ਦੇ ਬ੍ਰਾਇਨਸਿਕ ਸਰਹੱਦੀ ਖੇਤਰ ਵਿੱਚ ਇੱਕ ਹਥਿਆਰਾਂ ਦੇ ਡਿਪੂ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਮਿਜ਼ਾਈਲਾਂ ਅਤੇ ਤੋਪਖਾਨੇ ਦਾ ਸਮਾਨ ਰੱਖਿਆ ਹੋਇਆ ਸੀ, ਜਿਨ੍ਹਾਂ ਵਿੱਚੋਂ ਕੁਝ ਉੱਤਰੀ ਕੋਰੀਆ ਵੱਲੋਂ ਪ੍ਰਦਾਨ ਕੀਤੇ ਗਏ ਸਨ। ਬਿਆਨ ਵਿੱਚ ਕਿਹਾ ਗਿਆ ਕਿ ਯੂਕਰੇਨ ਦੇ ਨਾਗਰਿਕ ਖੇਤਰਾਂ ਵਿੱਚ ਦਹਿਸ਼ਤ ਮਚਾਉਣ ਵਾਲੇ ਅਤੇ ਯੂਕਰੇਨੀ ਫੌਜ ਨੂੰ ਨਿਸ਼ਾਨਾ ਬਣਾਉਣ ਵਾਲੇ ਬੇਹੱਦ ਸ਼ਕਤੀਸ਼ਾਲੀ ਗਲਾਈਡ ਬੰਬ ਵੀ ਹਥਿਆਰਾਂ ਦੇ ਡਿਪੂ ਵਿੱਚ ਰੱਖੇ ਗਏ ਸਨ। ਇਹ ਹਥਿਆਰ ਡਿਪੂ ਯੂਕਰੇਨ ਦੀ ਸਰਹੱਦ ਤੋਂ 115 ਕਿਲੋਮੀਟਰ ਦੂਰ ਸਥਿਤ ਨੇ। ਯੂਕਰੇਨ ਦੀ ਫੌਜ ਨੇ ਕਿਹਾ, ਅਜਿਹਾ ਹਥਿਆਰਾਂ ਤੇ ਹਮਲਾ ਰੂਸੀ ਫੌਜ ਲਈ ਗੰਭੀਰ ਫੌਜੀ ਸਮੱਸਿਆਵਾਂ ਪੈਦਾ ਕਰੇਗਾ, ਜਿਸ ਨਾਲ ਉਸ ਦੀ ਹਮਲਾਵਰ ਸਮਰੱਥਾ ਕਾਫੀ ਘੱਟ ਹੋ ਜਾਵੇਗੀ। ਰੂਸ ਅਤੇ ਯੂਕਰੇਨ ਦੋਵੇਂ ਆਪਣੇ ਹਥਿਆਰਾਂ ਦੇ ਭੰਡਾਰ ਨੂੰ ਵਧਾਉਣ ਲਈ ਕੰਮ ਕਰ ਰਹੇ ਨੇ। ਫਿਲਿਸਤੀਨੀ ਅਧਿਕਾਰੀਆਂ ਅਤੇ ਨਾਗਰਿਕਾਂ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰੀ ਗਾਜ਼ਾ ਵਿੱਚ ਵੱਡੇ ਇਜ਼ਰਾਈਲੀ ਹਮਲਿਆਂ ਵਿੱਚ ਦਰਜਨਾਂ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ ਅਤੇ ਹਮਾਸ ਦੇ ਨਾਲ ਯੁੱਧ ਦੇ 1 ਸਾਲ ਬਾਅਦ 3 ਹਸਪਤਾਲਾਂ ਤੇ ਬੰਦ ਹੋਣ ਦਾ ਖਤਰਾ ਹੈ। ਜਬਾਲੀਆ ਵਿੱਚ ਭਿਆਨਕ ਲੜਾਈ ਜਾਰੀ ਹੈ, ਜਿੱਥੇ ਇਜ਼ਰਾਈਲੀ ਬਲਾਂ ਨੇ ਯੁੱਧ ਦੌਰਾਨ ਕਈ ਵੱਡੇ ਆਪਰੇਸ਼ਨ ਚਲਾਏ ਅਤੇ ਜਦੋਂ ਖੱਬੇ ਪੱਖੀ ਇਕਜੁੱਟ ਹੋਣ ਲੱਗੇ ਤਾਂ ਪਿੱਛੇ ਹਟ ਗਏ। ਗਾਜ਼ਾ ਸ਼ਹਿਰ ਸਮੇਤ ਪੂਰੇ ਉੱਤਰੀ ਖੇਤਰ ਵਿੱਚ ਭਾਰੀ ਤਬਾਹੀ ਹੋਈ ਹੈ ਅਤੇ ਪਿਛਲੇ ਸਾਲ ਦੇ ਅਖੀਰ ਤੋਂ ਇਜ਼ਰਾਈਲੀ ਬਲਾਂ ਵੱਲੋਂ ਪੱਧਰ ਤੇ ਇਸ ਨੂੰ ਅਲੱਗ-ਥਲੱਗ ਕਰਕੇ ਰੱਖਿਆ ਗਿਆ ਹੈ। ਗਾਜ਼ਾ ਵਿੱਚ ਤਬਾਹੀ ਅਤੇ ਮੌਤ ਦਾ ਸਿਲਸਿਲਾ ਪਿਛਲੇ ਸਾਲ 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ ਉੱਤੇ ਹਮਾਸ ਦੇ ਹਮਲੇ ਨਾਲ ਸ਼ੁਰੂ ਹੋਇਆ ਸੀ। ਇਜ਼ਰਾਈਲ ਹੁਣ ਲੈਬਨਾਨ ਵਿੱਚ ਹਿਜ਼ਬੁੱਲਾ ਦੇ ਖਿਲਾਫ 1 ਹਫ਼ਤੇ ਪੁਰਾਣੇ ਜ਼ਮੀਨੀ ਹਮਲੇ ਦਾ ਵਿਸਤਾਰ ਕਰ ਰਿਹਾ ਹੈ ਅਤੇ ਈਰਾਨ ਉੱਤੇ ਇੱਕ ਵੱਡੀ ਜਵਾਬੀ ਕਾਰਵਾਈ ਤੇ ਵਿਚਾਰ ਕਰ ਰਿਹਾ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਗਾਜ਼ਾ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਫਿਲਿਸਤੀਨੀਆਂ ਦੀ ਮੌਤ ਦਾ ਅੰਕੜਾ 42,000 ਨੂੰ ਪਾਰ ਕਰ ਗਿਆ ਅਤੇ 97,000 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਅਧਿਕਾਰੀਆਂ ਮੁਤਾਬਿਕ ਹਸਪਤਾਲਾਂ ਨੂੰ ਵੀ ਖਤਰਾ ਹੈ। ਉੱਤਰੀ ਕੋਰੀਆ ਨੇ ਅੱਜ ਕਿਹਾ ਕਿ ਉਹ ਦੱਖਣੀ ਕੋਰੀਆ ਨਾਲ ਲੱਗਦੀ ਆਪਣੀ ਸਰਹੱਦ ਨੂੰ ਪੱਕੇ ਤੌਰ ਤੇ ਬੰਦ ਕਰ ਦੇਵੇਗਾ ਅਤੇ ਦੱਖਣੀ ਕੋਰੀਆ ਤੇ ਅਮਰੀਕਾ ਦੀਆਂ ਫੌਜਾਂ ਨਾਲ ਟਕਰਾਅ ਦੀ ਸਥਿਤੀ ਦੇ ਟਾਕਰੇ ਲਈ ਆਪਣੇ ਮੋਹਰਲੇ ਮੁਹਾਜ਼ਾਂ ਦੀ ਰੱਖਿਆ ਸਥਿਤੀ ਮਜ਼ਬੂਤ ਬਣਾਵੇਗਾ। ਉੱਤਰੀ ਕੋਰੀਆ ਨੇ ਹਾਲਾਂਕਿ ਦੱਖਣੀ ਕੋਰੀਆ ਨੂੰ ਰਸਮੀ ਤੌਰ ਤੇ ਆਪਣਾ ਮੁੱਖ ਦੁਸ਼ਮਣ ਐਲਾਨਣ ਅਤੇ ਨਵੀਆਂ ਕੌਮੀ ਸਰਹੱਦਾਂ ਤੈਅ ਕਰਨ ਲਈ ਸੰਵਿਧਾਨਕ ਸੋਧ ਦਾ ਐਲਾਨ ਨਹੀਂ ਕੀਤਾ। ਉੱਤਰੀ ਕੋਰੀਆ ਦੇ ਇਹ ਕਦਮ ਦਬਾਅ ਬਣਾਉਣ ਦੀ ਰਣਨੀਤੀ ਲੱਗਦੇ ਨੇ, ਪਰ ਇਹ ਸਪਸ਼ਟ ਨਹੀਂ ਹੈ ਕਿ ਇਸ ਦਾ ਦੱਖਣੀ ਕੋਰੀਆ ਨਾਲ ਸਬੰਧਾਂ ਤੇ ਕੀ ਅਸਰ ਪਵੇਗਾ, ਕਿਉਂਕਿ ਸਰਹੱਦ ਪਾਰ ਯਾਤਰਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਆਦਾਨ ਪ੍ਰਦਾਨ ਕਈ ਵਰ੍ਹਿਆਂ ਤੋਂ ਬੰਦ ਹੈ।
ਉੱਤਰੀ ਕੋਰੀਆ ਦੀ ਫੌਜ ਨੇ ਅੱਜ ਕਿਹਾ ਕਿ ਉਹ ਦੱਖਣੀ ਕੋਰੀਆ ਨਾਲ ਲੱਗਦੀਆਂ ਸੜਕਾਂ ਤੇ ਰੇਲ ਮਾਰਗਾਂ ਤੇ ਸੰਪਰਕ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ ਅਤੇ ਆਪਣੇ ਵੱਲੋਂ ਸੰਬੰਧਿਤ ਮੋਰਲੇ ਖੇਤਰਾਂ ਦੀ ਮਜ਼ਬੂਤ ਰੱਖਿਆ ਢਾਂਚੇ ਨਾਲ ਕਿਲ੍ਹਾਬੰਦੀ ਕਰੇਗਾ। ਉੱਤਰੀ ਕੋਰੀਆਈ ਫੌਜ ਨੇ ਇਸ ਕਵਾਇਦ ਨੂੰ ਜੰਗ ਰੋਕਣ ਅਤੇ ਉੱਤਰੀ ਕੋਰੀਆ ਦੀ ਸੁਰੱਖਿਆ ਦੇ ਲਿਹਾਜ਼ ਤੋਂ ਸਵੈ ਰੱਖਿਆ ਲਈ ਚੁੱਕਿਆ ਗਿਆ ਕਦਮ ਕਰਾਰ ਦਿੱਤਾ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉਹ ਮੌਜੂਦਾ ਸਥਿਤੀ ਵਿੱਚ ਤਬਦੀਲੀ ਦੀ ਉੱਤਰ ਕੋਰੀਆ ਦੀ ਕੋਈ ਵੀ ਕੋਸ਼ਿਸ਼ ਸਹਿਣ ਨਹੀਂ ਕਰੇਗਾ। ਜੇ ਉੱਤਰੀ ਕੋਰੀਆ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਤਾਂ ਦੱਖਣੀ ਕੋਰੀਆ ਉਸ ਨੂੰ ਕਰਾਰਾ ਜਵਾਬ ਦੇਵੇਗਾ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮਾਂ ਨੇ ਕੋਰੀਆਈ ਪ੍ਰਾਦੀਪ ਵਿੱਚ ਸ਼ਾਂਤੀ ਲਈ ਖਤਰਾ ਪੈਦਾ ਕੀਤਾ ਹੈ। ਚੀਨ ਦੁਆਰਾ ਵੀਰਵਾਰ ਨੂੰ ਸੈਟੇਲਾਈਟ ਲਾਂਚ ਕਰਨ ਦੀ ਤਿਆਰੀ ਵਿਚਕਾਰ ਤਾਈਵਾਨ ਨੇ ਚੀਨ ਨੂੰ ਆਉਣ ਵਾਲੇ ਦਿਨਾਂ ਵਿੱਚ ਫੌਜੀ ਅਭਿਆਸਾਂ ਵਿੱਚ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਸੈਟੇਲਾਈਟ ਲਾਂਚ ਵਹੀਕਲ ਦੇ ਤਾਈਵਾਨ ਨੇੜੇ ਹਵਾਈ ਖੇਤਰ ਤੋਂ ਲੰਘਣ ਦੀ ਉਮੀਦ ਹੈ। ਰਾਸ਼ਟਰੀ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਚੀਨ ਵੀਰਵਾਰ ਨੂੰ ਆਪਣੇ ਸ਼ੀ ਚੰਗ ਸੈਟੇਲਾਈਟ ਲਾਂਚ ਸੈਂਟਰ ਤੋਂ ਇੱਕ ਸੈਟੇਲਾਈਟ ਲਾਂਚ ਵਾਹਨ ਲਾਂਚ ਕਰੇਗਾ। MND ਅਨੁਸਾਰ SLV ਤਾਈਵਾਨ ਦੇ 에ਅਰ ਡਿਫੈਂਸ ਆਡੀਫਿਕੇਸ਼ਨ ਜ਼ੋਨ ਵਿੱਚੋਂ ਲੰਘਦਾ ਹੋਇਆ ਪੱਛਮੀ ਪ੍ਰਸ਼ਾਂਤ ਵੱਲ ਜਾਵੇਗਾ। ਇੱਕ ADIZ ਇੱਕ ਸਵੈ ਘੋਸ਼ਿਤ ਜ਼ੋਨ ਹੈ ਜਿਸ ਵਿੱਚ ਇੱਕ ਦੇਸ਼ ਨੂੰ ਵਿਦੇਸ਼ੀ ਜਹਾਜ਼ਾਂ ਦੀ ਪਛਾਣ ਕਰਨ, ਖੋਜਣ ਅਤੇ ਨਿਯੰਤਰਣ ਕਰਨ ਦਾ ਅਧਿਕਾਰ ਹੈ, ਪਰ ਇਹ ਅੰਤਰਰਾਸ਼ਟਰੀ ਕਾਨੂੰਨ ਦੁਆਰਾ ਪਰਿਭਾਸ਼ਿਤ ਕੀਤੇ ਗਏ ਖੇਤਰੀ ਹਵਾਈ ਖੇਤਰ ਦਾ ਹਿੱਸਾ ਨਹੀਂ ਹੈ। ਮੰਗਲਵਾਰ ਨੂੰ ਇੱਕ ਸੰਸਦੀ ਸੁਣਵਾਈ ਦੌਰਾਨ ਪ੍ਰਧਾਨ ਮੰਤਰੀ ਚੋ ਤੁੰਗ ਤਾਏ ਨੂੰ ਵਿਰੋਧੀ ਧਿਰ ਕਿਊ ਮਿੰਤਾਂਗ ਦੇ ਸੰਸਦ ਯੇ ਯੂਹਾਨ ਚੀ ਦੁਆਰਾ ਪੁੱਛਿਆ ਗਿਆ ਸੀ ਕਿ ਕੀ ਅਨੁਸੂਚਿਤ ਸੈਟੇਲਾਈਟ ਲਾਂਚ ਤਥਾਕਥਿਤ ਕੰਬਾਈਨਡ ਸਵੋਰਡ 2024B ਫੌਜੀ ਅਭਿਆਸਾਂ ਦਾ ਹਿੱਸਾ ਹੋ ਸਕਦਾ ਹੈ। ਸੋਮਵਾਰ ਨੂੰ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਕਿ ਚੀਨ ਤਾਈਵਾਨ ਦੇ ਰਾਸ਼ਟਰੀ ਦਿਵਸ ਤੋਂ ਬਾਅਦ ਤਾਈਵਾਨ ਨੇੜੇ ਫੌਜੀ ਅਭਿਆਸ ਸ਼ੁਰੂ ਕਰ ਸਕਦਾ ਹੈ। ਜਵਾਬ ਵਿੱਚ ਚੋ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਚੀਨ ਆਪਣੇ ਅਧਿਕਾਰ ਖੇਤਰ ਵਿੱਚ ਫੌਜੀ ਅਭਿਆਸ ਕਰੇਗਾ, ਸੰਜਮ ਰੱਖੇਗਾ ਅਤੇ ਖੇਤਰੀ ਸੁਰੱਖਿਆ ਅਤੇ ਹਿੰਦ ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਵਿੱਚ ਵਿਘਨ ਪਾਉਣ ਵਾਲੀਆਂ ਕਾਰਵਾਈਆਂ ਤੋਂ ਬਚੇਗਾ। ਚੋ ਨੇ ਕਿਹਾ ਤਾਈਵਾਨ ਤਿਆਰ ਹੋਵੇਗਾ। ਉਸਨੇ ਕਿਹਾ ਕਿ ਉਹ ਫੌਜ ਨੂੰ ਲਾਂਚ ਬਾਰੇ ਜਾਣਕਾਰੀ ਇਕੱਠੀ ਕਰਨ ਅਤੇ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਕਹਿਣਗੇ ਤਾਂ ਜੋ ਇਸ ਨਾਲ ਜਨਤਾ ਨੂੰ ਕੋਈ ਖਤਰਾ ਨਾ ਹੋਵੇ। ਅਮਰੀਕਾ ਨੇ ਆਰਥਿਕ ਸਥਿਰਤਾ, ਲੋਕਤੰਤਰ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਰੋਹਿੰਗਿਆ ਸ਼ਰਨਾਰਥੀ ਸੰਕਟ ਨਾਲ ਨਜਿੱਠਣ ਲਈ ਬੰਗਲਾਦੇਸ਼ ਨਾਲ ਚੱਲ ਰਹੀ ਗੱਲਬਾਤ ਨੂੰ ਜਾਰੀ ਰੱਖਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਮੀਡੀਆ ਰਿਪੋਰਟਾਂ ਰਾਹੀਂ ਮਿਲੀ। ਰਿਪੋਰਟ ਮੁਤਾਬਿਕ ਅਮਰੀਕੀ ਵਿਦੇਸ਼ ਵਿਭਾਗਾਂ ਦੇ ਬੁਲਾਰੇ ਮੈਥਿਊ ਮਿਲਰ ਨੇ ਮੰਗਲਵਾਰ ਨੂੰ ਕਿਹਾ, ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨਸ ਨਾਲ ਲਾਭਕਾਰੀ ਬੈਠਕ ਕੀਤੀ ਅਤੇ ਇਨ੍ਹਾਂ ਸਾਰੇ ਮੁੱਦਿਆਂ ਤੇ ਤਰੱਕੀ ਨੂੰ ਅੱਗੇ ਵਧਾਉਣ ਲਈ ਸਹਿਯੋਗ ਜਾਰੀ ਰੱਖਣ ਦੀ ਉਮੀਦ ਜਤਾਈ। ਢਾਕਾ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਉਹਨਾਂ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਬੰਗਲਾਦੇਸ਼ ਦੀ ਆਰਥਿਕ ਸਥਿਰਤਾ, ਲੋਕਤੰਤਰ, ਸੁਰੱਖਿਆ ਅਤੇ ਰੋਹਿੰਗਿਆ ਸ਼ਰਨਾਰਥੀਆਂ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਰੀਕਾ ਦਾ ਜੋ ਬਾਈਡਨ ਪ੍ਰਸ਼ਾਸਨ ਬੰਗਲਾਦੇਸ਼ ਨਾਲ ਆਪਣੇ ਸਬੰਧ ਕਿਵੇਂ ਅੱਗੇ ਵਧਾ ਰਿਹਾ ਹੈ। ਮਿਲਰ ਨੇ ਵਾਸ਼ਿੰਗਟਨ ਵਿੱਚ ਇੱਕ ਨਿਯਮਿਤ ਮੀਡੀਆ ਬਰੀਫਿੰਗ ਵਿੱਚ ਕਿਹਾ ਕਿ ਅਸੀਂ ਇਹਨਾਂ ਸਾਰੇ ਸਵਾਲਾਂ ਤੇ ਬੰਗਲਾਦੇਸ਼ ਦੀ ਸਰਕਾਰ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨਸ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੌਰਾਨ ਬਾਈਡਨ ਅਤੇ ਬਲਿੰਕਨ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਸਨ। ਬਾਈਡਨ ਅਤੇ ਪ੍ਰੋਫੈਸਰ ਯੂਨਸ ਨੇ ਅਮਰੀਕਾ ਅਤੇ ਬੰਗਲਾਦੇਸ਼ ਦਰਮਿਆਨ ਨਜ਼ਦੀਕੀ ਸਾਂਝੇਦਾਰੀ ਦੀ ਪੁਸ਼ਟੀ ਕੀਤੀ। ਰਿਪੋਰਟ ਵਿੱਚ ਕਿਹਾ ਗਿਆ ਕਿ ਮੀਟਿੰਗ ਦੌਰਾਨ ਬਾਈਡਨ ਨੇ ਦੋਵਾਂ ਸਰਕਾਰਾਂ ਵਿਚਕਾਰ ਹੋਰ ਸਾਂਝੇਦਾਰੀ ਦਾ ਸਵਾਗਤ ਕੀਤਾ ਅਤੇ ਬੰਗਲਾਦੇਸ਼ ਨੂੰ ਆਪਣੇ ਨਵੇਂ ਸੁਧਾਰ ਏਜੰਡੇ ਨੂੰ ਲਾਗੂ ਕਰਨ ਲਈ ਲਗਾਤਾਰ ਅਮਰੀਕੀ ਸਮਰਥਨ ਦੀ ਪੇਸ਼ਕਸ਼ ਕੀਤੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਜਿਨ੍ਹਾਂ 250 ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦੇ ਅਮਲ ਤੇ 14 ਅਕਤੂਬਰ ਤੱਕ ਰੋਕ ਲਾਈ ਆ, ਉਹਨਾਂ ਵਿੱਚ ਮੋਹਾਲੀ ਬਲਾਕ ਦੇ ਪਿੰਡ ਪਾਪੜੀ ਦੀ ਗ੍ਰਾਮ ਪੰਚਾਇਤ ਵੀ ਸ਼ਾਮਿਲ ਹੈ। ਹਾਈ ਕੋਰਟ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਸੰਬੰਧੀ ਦਾਇਰ ਸਾਰੀਆਂ ਪਟੀਸ਼ਨਾਂ ਨੂੰ ਮੋਹਾਲੀ ਕੇਸ ਨਾਲ ਜੋੜ ਦਿੱਤਾ ਹੈ। ਪੰਚਾਇਤਾਂ ਚੋਣਾਂ ਤੇ ਰੋਕ ਸੰਬੰਧੀ ਹੁਕਮ ਪਿੰਡ ਵਾਸੀ ਰਾਜਦੀਪ ਕੌਰ ਅਤੇ ਹੋਰਨਾਂ ਦੀ ਪਟੀਸ਼ਨਾਂ ਤੇ ਕੀਤੇ ਗਏ ਨੇ। ਰਿਟਰਨਿੰਗ ਆਫੀਸਰ ਨੇ ਪਿੰਡ ਪਾਪੜੀ ਵਿੱਚ ਸਰਪੰਚੀ ਦੀ ਉਮੀਦਵਾਰ ਬੀਬੀ ਸਰਵਣ ਕੌਰ ਦੇ ਨਾਮਜ਼ਦਗੀ ਪੱਤਰਾਂ ਨੂੰ ਛੱਡ ਕੇ ਪਟੀਸ਼ਨਰਾਂ ਰਾਜਦੀਪ ਕੌਰ, ਰਮਨਜੀਤ ਕੌਰ, ਪ੍ਰਦੀਪ ਸਿੰਘ, ਮਨਦੀਪ ਸਿੰਘ ਸਾਰੇ ਪੰਚ ਦੇ ਫਾਰਮ ਰੱਦ ਕਰ ਦਿੱਤੇ ਸਨ। ਇਹ ਸਾਰੇ ਇੱਕ ਗਰੁੱਪ ਦੇ ਉਮੀਦਵਾਰ ਸਨ। ਪੀੜਤਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਾਫੀ ਤਰਲੇ ਕੱਢੇ ਪਰ ਕਿਸੇ ਨੇ ਉਹਨਾਂ ਦੀ ਗੱਲ ਤੱਕ ਨਹੀਂ ਸੁਣੀ, ਲਿਹਾਜ਼ਾ ਉਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਰਿਟਰਨਿੰਗ ਆਫੀਸਰ SS ਭੁੱਲਰ ਨੇ ਹਲਫਨਾਮਾ ਦਾਇਰ ਕਰਕੇ ਆਪਣਾ ਪੱਖ ਰੱਖਿਆ। ਨਾਮਜ਼ਦਗੀ ਪੱਤਰ ਰੱਦ ਕਰਨ ਸੰਬੰਧੀ ਕਈ
ਉਣਤਾਈਆਂ ਸਾਹਮਣੇ ਆਉਣ ਦਾ ਹਾਈ ਕੋਰਟ ਨੇ ਗੰਭੀਰ ਨੋਟਿਸ ਲੈਂਦਿਆਂ ਮੋਹਾਲੀ ਸਮੇਤ ਹੋਰਨਾਂ ਇਲਾਕਿਆਂ ਦੇ ਅਧਿਕਾਰੀਆਂ ਦੀ ਝਾੜ ਝੰਪ ਕੀਤੀ। ਰਿਟਰਨਿੰਗ ਆਫੀਸਰ ਪੰਜਾਬ ਦੇ ਇੱਕ ਬਹੁਚਰਚਿਤ ਸਾਬਕਾ ਮੰਤਰੀ ਦਾ ਜਵਾਈ ਦੱਸਿਆ ਜਾ ਰਿਹਾ ਹੈ। ਅਦਾਲਤ ਨੇ ਕਿਹਾ ਕਿ ਜੇ ਕਿਸੇ ਉਮੀਦਵਾਰ ਦੇ ਫਾਰਮਾਂ ਵਿੱਚ ਕੋਈ ਕਮੀ ਪੇਸ਼ੀ ਸੀ ਤਾਂ ਉਹਨਾਂ ਨੂੰ ਦਫ਼ਤਰ ਸੱਦ ਕੇ ਜਾਂ ਸੁਨੇਹਾ ਲਗਾ ਕੇ त्रुटि दूर की जा सकती सी। जे उम्मीदवार अजिहा ना करता तो उस तो बाद ही उसके फॉर्म रद्द किए जा सकते सन। बाकी अधिकारियों नूं भी कोई गल नहीं औड़ी अते गोल मोल जवाब देंदे होए अपना खैड़ा छुड़ाउण लई हथ पल्ला मारते नज़र आए। इस तरह चप्पड़चिड़ी खुर्द की साबका सरपंच और पंची के कई उम्मीदवारों ने भी इंसाफ लई हाई कोर्ट का बूहा खड़काया। हाई कोर्ट के डबल बेंच ने चोण अमले के सताए हुए उक्त सारे पीड़ितों की पटीशन से अगली सुनवाई 14 अक्टूबर लई निर्धारित की है। उस दिन ਵੱਖ-ਵੱਖ पिंडों के केसां नूं वाचण तो बाद अंतिम फैसला लिया जाएगा, जदों कि पंजाब विच अगले दिन 15 अक्टूबर नूं पंचायती चोणां हो रही ने। इस तो पहला चोण कमिश्नर के हुक्मां ते DC मोहाली वालों पिंड जगतपुरा पंचायत की चोण रद्द की जा चुकी है। इसे पिंड के मूल वासनिकां दीआं वोटां नालों प्रवासी मजदूरां दीआं वोटां किते वध ने। चोण कमिशन ने इसका गंभीर नोटिस लैंदिआं मौजूदा वोटर सूचियां विच जरूरी सोध के आदेश दिते ने। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।